ਸੋ ਹਸ਼ਰ ਤੋਂ ਬਾਅਦ ਮੈਂ 10 ਸਾਲ ਵਿਹਲਾ ਬੈਠਾ ਰਿਹਾ ਸਿਰਫ ਇਸ ਚੀਜ਼ 'ਚ ਕਿ ਮੈਨੂੰ ਕੋਈ ਨੈਗੇਟਿਵ ਆਫਰ ਕਰੂਗਾ ਰੋਲ। ਕਹਿੰਦੇ ਨੇ ਵਕਤ ਜਦੋਂ ਬਦਲਦਾ ਹੈ ਤਾਂ ਬਾਜ਼ੀਆਂ ਨਹੀਂ ਜ਼ਿੰਦਗੀਆਂ ਬਦਲ ਜਾਂਦੀਆਂ ਨੇ। ਇੱਦਾਂ ਤੁਹਾਡੇ ਨਾਲ ਜੁੜੇ ਹੋਏ ਕਈ ਇੱਦਾਂ ਦੇ ਕਿੱਸੇ ਹੋਣੇ, ਕਈ ਇੱਦਾਂ ਦੀ ਲਾਈਵਸ ਹੋਣੀਆਂ, ਤੁਹਾਡੇ ਦੋਸਤ, ਤੁਹਾਡੇ ਰਿਲੇਟਿਵ ਜਿਨ੍ਹਾਂ ਦੀ ਅੱਜ ਜ਼ਿੰਦਗੀ ਬਦਲ ਗਈ ਹੋਏਗੀ ਤੁਹਾਡੇ ਕਰਕੇ। ਜਿਨ੍ਹਾਂ ਨੂੰ ਨਾਰਮਲੀ ਅਸੀਂ ਵਿਚਰਦੇ ਰਹੇ, ਸਵਰਗੀ ਲਾਭ ਜੰਜੂਆ ਜੀ ਸੀ, ਉਹਨਾਂ ਨਾਲ ਮੈਂ ਘੱਟੋ ਘੱਟ ਅਸੀਂ 12 ਸਾਲ ਰਹੇ ਇਕੱਠੇ, ਅਸੀਂ ਦੋਨੇ ਜਣੇ। ਸੁਰਜੀਤ ਬਿੰਦਰਖੀਆ ਜੀ, ਬਾਈ ਸਤਵਿੰਦਰ ਬੁੱਗਾ ਜੀ, ਬਲਕਾਰ ਸਿੱਧੂ, ਜੱਸੀ ਜਸਪਾਲ, ਬਿੰਨੂ ਢਿੱਲੋਂ ਮੇਰੇ ਨਾਲ ਸੀ ਨਾ ਭੰਗੜੇ 'ਚ। ਭਗਵੰਤ ਮਾਨ ਸਾਡੇ ਜੋ ਸੀਐਮ ਚੁਣੇ ਗਏ ਨੇ ਆਮ ਆਦਮੀ ਪਾਰਟੀ ਤੋਂ, ਤੁਹਾਡੇ ਜੂਨੀਅਰ ਰਹਿ ਚੁੱਕੇ ਨੇ, ਰਾਈਟ? ਯੂਨੀਵਰਸਿਟੀ ਜੂਨੀਅਰ ਸੀ ਉਹ ਤੇ ਰਾਣਾ ਰਣਵੀਰ ਦੋਨੇ। ਭਗਵੰਤ ਮਾਨ ਯੂਨੀਵਰਸਿਟੀ ਦਾ ਬਹੁਤ ਬਹੁਤ ਕੰਗ੍ਰੈਚੁਲੇਸ਼ਨ। ਤੁਹਾਡੀ ਗੱਲਬਾਤ ਹੁੰਦੀ ਹੈ? ਹਾਂਜੀ ਹਾਂਜੀ, ਅਕਸਰ ਹੋ ਜਾਂਦੀ ਹੈ। ਹਾਂ ਨਹੀਂ, ਬਹੁਤ ਪਿਆਰਾ ਇਨਸਾਨ, ਬਹੁਤ ਜ਼ਿਆਦਾ ਵਧੀਆ ਵਾਕਈ। ਸਿੰਗਰ ਅਨਮੋਲ ਗਗਨ ਮਾਨ ਜੀ ਜਿਹੜੇ ਹੈਗੇ ਨੇ, ਸਿੱਧੂ ਮੂਸੇਵਾਲਾ ਵੀ ਹੁਣ ਗਿਆ ਹੈ, ਤੇ ਕਿਤੇ ਨਾ ਕਿਤੇ ਬੱਬੂ ਮਾਨ ਜੀ ਦਾ ਵੀ ਨਾਮ ਜੋੜਿਆ ਜਾ ਰਿਹਾ ਸੀ। ਉਹ ਵੀ ਕਿਸਾਨ ਏਕਤਾ ਮੋਰਚਾ ਨੂੰ ਕਰਨਗੇ ਉੱਥੇ, ਤੇ ਉਹ ਵੀ ਸ਼ਾਇਦ ਪੋਲੀਟੀਸ਼ੀਅਨ ਜਾ ਸਕਦੇ ਨੇ। ਬਹੁਤ ਚੀਜ਼ਾਂ ਇੱਦਾਂ ਦੀ ਹੁੰਦੀਆਂ। ਤੁਹਾਨੂੰ ਲੱਗਦਾ ਠੀਕ ਹੈ ਇੱਦਾਂ ਕਰਨਾ ਕਲਾਕਾਰਾਂ ਲਈ? ਰਿਸਪੈਕਟ ਬੱਬੂ ਮਾਨ ਜੀ ਤੁਹਾਡੀ ਅੱਜ ਵੀ ਕਰਦੇ ਨੇ? ਗੱਲਬਾਤ ਹੁੰਦੀ ਤੁਹਾਡੀ? ਬਿਲਕੁਲ ਜੀ, ਬਹੁਤ ਪਿਆਰਾ ਇਨਸਾਨ। ਜਿੰਨਾ ਵਧੀਆ ਉਹ ਆਰਟਿਸਟ ਹੈ ਉਨਾ ਵਧੀਆ ਇਨਸਾਨ ਹੈ। ਮਿਹਨਤ ਕਰਾਂਗੇ ਤਾਂ ਕਿਸਮਤ ਵੀ ਬਦਲ ਜਾਂਦੀ ਹੈ। ਇਕੱਲੀ ਕਿਸਮਤ ਦੇ ਸਹਾਰੇ ਬੈਠੇ ਰਹਾਂਗੇ ਤਾਂ ਕੁਝ ਨਹੀਂ ਹੋਣ ਲੱਗਿਆ। ਹਾਂ, ਜਦ ਇੱਕ ਬੰਦਾ ਹਿੱਟ ਹੋ ਜਾਂਦਾ ਤਾਂ ਫਿਰ ਸਾਰੀ ਇੰਡਸਟਰੀ ਉਹਦੇ ਪਿੱਛੇ ਲੱਗ ਜਾਂਦੀ ਹੈ। ਫਿਰ ਉਹ ਚਾਹੇ ਟੈਲੈਂਟਡ ਹੈ ਚਾਹੇ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਗੁੱਡ ਨਿਊਜ਼ ਨੈਟਵਰਕ ਤੇ ਮੈਂ ਤੁਹਾਡਾ ਆਪਣਾ ਡੇਵੀ ਸਿੰਘ। ਤੇ ਅੱਜ ਆਪਾਂ ਇੰਟਰਵਿਊ ਕਰਾਂਗੇ ਹਰਲੀਨ ਸਾਨੀ ਜੀ ਨਾਲ। ਨਾ ਸਰ, ਤੁਸੀਂ ਮਿਊਜ਼ਿਕ ਡਾਇਰੈਕਟਰ ਵੀ ਹੋ, ਗੀਤਕਾਰ ਵੀ ਹੋ, ਐਕਟਰ ਵੀ, ਹੁਣ ਐਂਕਰ ਵੀ ਬਣਨਾ ਤੁਸੀਂ? ਮੇਰੇ ਖਿਆਲ ਨਾਲ ਬਣ ਜਾਣਾ ਚਾਹੀਦਾ ਜੀ। ਸਾਡੇ ਪੇਟ ਨੂੰ ਲੱਤ ਵੱਜ ਜਾਣੀ। ਬਿਲਕੁਲ ਨਹੀਂ, ਬਿਲਕੁਲ ਨਹੀਂ, ਨਹੀਂ ਜੀ ਨਹੀਂ। ਤੁਹਾਡਾ ਕੰਮ ਹੈ, ਤੁਹਾਡੀ ਡਿਊਟੀ ਹੈ, ਪਲੀਜ਼। ਸੋ ਇੱਕ ਵਾਰ ਦੁਬਾਰਾ ਤੋਂ ਵੈਲਕਮ ਕਰ ਲੈਂਦੇ ਆ। ਹੈਲੋ ਐਵਰੀਵਨ, ਤੁਸੀਂ ਦੇਖ ਰਹੇ ਹੋ ਜੀ ਗੁੱਡ ਨਿਊਜ਼ ਨੈਟਵਰਕ ਐਂਡ ਦਿਸ ਇਜ਼ ਹਰਲੀਨ ਸਾਨੀ। ਤੁਸੀਂ ਦੇਖ ਚੁੱਕੇ ਹੋ ਸਾਡੇ ਨਾਲ ਇਸ ਵਕਤ ਮਿਊਜ਼ਿਕ ਡਾਇਰੈਕਟਰ, ਗੀਤਕਾਰ ਐਂਡ ਐਕਟਰ ਡੇਵੀ ਸਿੰਘ ਜੀ ਬੈਠੇ ਹੋਏ ਨੇ। ਬਹੁਤ ਬਹੁਤ ਸਵਾਗਤ ਹੈ ਸਰ। ਥੈਂਕ ਯੂ ਹਰਲੀਨ, ਥੈਂਕ ਯੂ ਸੋ ਮਚ ਜੀ। ਤੁਹਾਡੀ ਆਵਾਜ਼ ਇੰਨੀ ਪਿਆਰੀ ਹੈ। ਹੁਣ ਮੈਂ ਆਵਾਜ਼ ਸੁਣਦੀ ਰਹਾਂ ਕਿ ਇੰਟਰਵਿਊ ਲਵਾਂ? ਪਹਿਲਾਂ ਤਾਂ ਇਹ ਦੱਸੋ। ਤੁਸੀਂ ਡਬਿੰਗ ਕਰਵਾ ਲਓ, ਡਾਇਲੌਗ ਬੁਲਵਾ ਲਓ। ਜੀ ਜੀ। ਅਰੇ ਬਾਪ ਰੇ, ਮਤਲਬ ਮੈਂ ਬਹੁਤ ਜ਼ਿਆਦਾ ਫੈਨ ਹੋ ਜੂਗੀ ਤੁਹਾਡੀ ਆਵਾਜ਼ ਦੀ, ਲੱਗਦਾ ਆਉਣ ਵਾਲੇ ਟਾਈਮ। ਮੈਂ ਹੁਣੇ ਸੁਣੀ ਨਹੀਂ ਇੰਨੀ ਆਵਾਜ਼ ਹੈ ਨਾ ਅੰਦਰ। ਹਾਂ, ਹੁਣ ਤਾਂ ਜ਼ਿਆਦਾ ਹੀ ਦਮਦਾਰ ਆ ਰਹੀ ਹੈ। ਫਿਰ ਤੁਸੀਂ ਸਟੂਡੀਓ ਆਏ ਕਿਸ ਦਿਨ, ਜਿੱਦਣ ਆਪਣੀ ਫਿਲਮ ਦੀ ਡਬਿੰਗ ਹੈ ਨਾ, ਉਸ ਦਿਨ ਉੱਥੇ ਵਧੀਆ ਲੱਗੇਗਾ ਤੁਹਾਨੂੰ। ਜੀ, ਆਪਾਂ ਸ਼ੁਰੂਆਤ ਕਰਦੇ ਆ। ਤੁਸੀਂ ਸਾਰੇ ਜਾਣਦੇ ਹੋ ਡੇਵੀ ਸਿੰਘ ਜੀ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ, ਤੁਹਾਡਾ ਪੂਰਾ ਨਾਮ ਦਵਿੰਦਰ ਸਿੰਘ ਜੀ ਹੈਗਾ, ਹੈ ਨਾ? ਤੇ ਤੁਸੀਂ ਭੰਗੜਾ ਦੇ ਵਿੱਚ ਸੀਗੇ। ਭੰਗੜਾ ਤੋਂ ਬਾਅਦ ਤੁਸੀਂ ਇਸ ਲਾਈਨ ਦੇ ਵਿੱਚ ਆਏ। ਬਹੁਤ ਲੰਬਾ ਸਫ਼ਰ ਰਿਹਾ, ਬਹੁਤ ਹੀ ਵਧੀਆ ਚੀਜ਼ ਰਹੀ ਤੁਹਾਡੀ ਲਾਈਫ 'ਚ। ਅਪ ਐਂਡ ਡਾਊਨ ਆਏ, ਹੈ ਨਾ? ਸਾਡੀ ਜਿਹੜੀ ਯੂਥ, ਜੋ ਸਾਡੇ ਅੱਜ ਦੇ ਬੱਚੇ ਆ ਰਹੇ ਨੇ 18, 19, 20, 21 ਸਾਲ ਦੇ, ਉਹ ਇਸ ਲਾਈਨ ਤੋਂ ਆਉਣ ਤੋਂ ਬਹੁਤ ਘਬਰਾ ਰਹੇ ਨੇ। ਇਹ 20 ਸਾਲ ਅਗਰ 25 ਸਾਲ ਪਹਿਲੇ ਜਾਓ ਤਾਂ ਠੀਕ ਸੀ ਤੁਹਾਡੇ ਲਈ, ਕਿ ਉਦੋਂ ਵੀ ਕੁਛ ਇੱਦਾਂ ਦਾ ਹੈਗਾ ਸੀ ਕਿ ਨਹੀਂ ਯਾਰ ਕਿੱਦਾਂ ਜਾਵਾਂਗਾ, ਰਿਸਕ ਹੈ, ਕੁਝ ਬਣ ਪਾਵਾਂਗਾ ਕਿ ਨਹੀਂ ਬਣ ਪਾਵਾਂਗਾ? ਨਹੀਂ, ਟਾਈਮ ਉਸ ਟਾਈਮ ਵੀ ਇਹੀ ਸੀਗਾ ਤੇ ਹੁਣ ਵੀ ਉਹੀ ਹੈ। ਫਰਕ ਇੰਨਾ ਕੁ ਸੀਗਾ ਕਿ ਸਾਡੇ ਕੋਲ ਸੋਰਸਿਸ ਨਹੀਂ ਸੀਗੇ। ਅੱਛਾ। ਕਿਉਂਕਿ ਨਾ ਤਾਂ ਉਸ ਟਾਈਮ ਮੋਬਾਈਲ ਸੀਗਾ, ਨਾ ਇੰਟਰਨੈਟ ਸੀਗਾ। ਇਹ ਨਹੀਂ ਸੀ ਪਤਾ ਕਿ ਕਰਨਾ ਕੀ ਹੈ, ਕਿਹਨੂੰ ਅਪਰੋਚ ਕਰਨਾ ਹੈ। ਤੇ ਅੱਜ ਤੁਹਾਨੂੰ ਲੱਗਦਾ ਕਿ ਲੋਕਾਂ ਕੋਲ ਸੋਰਸਿਸ ਹੈਗੇ ਕਿ ਜਾ ਸਕਦੇ ਈਜ਼ੀਲੀ? ਬਹੁਤ ਜ਼ਿਆਦਾ ਸੌਖਾ ਹੋ ਗਿਆ, ਬਹੁਤ ਜ਼ਿਆਦਾ। ਮੈਨੂੰ ਲੱਗਦਾ ਜੇ ਕਿਤੇ ਇਹ ਮਾਹੌਲ ਸਾਡੇ ਕੋਲ ਹੁੰਦਾ ਤਾਂ ਹੁਣ ਤੱਕ ਦੇ ਕਿਤੇ ਪਹੁੰਚੇ ਹੁੰਦੇ। ਲੱਗਦਾ ਤਾਂ ਯੈਸ। ਕਿਉਂਕਿ ਪਤਾ ਨਹੀਂ ਕਿਵੇਂ ਕਾਲਜ ਤੋਂ ਨਿਕਲ ਕੇ ਅਲੱਗ-ਅਲੱਗ ਕੰਪਨੀਆਂ ਕੋਲ ਜਾਂਦੇ ਹੋਏ, ਵੱਡੇ ਵੱਡੇ ਸਟਾਰਾਂ ਤੱਕ ਪਹੁੰਚਦੇ ਹੋਏ, ਜਿਹੜੇ ਉਸ ਟਾਈਮ ਦੇ ਬਿਗੈਸਟ ਸਟਾਰ ਸੀਗੇ, ਉਹ ਤੱਕ ਪਹੁੰਚਣ ਨੂੰ ਕਈ ਸਾਲ ਲੱਗ ਜਾਂਦੇ ਸੀ ਸਾਨੂੰ ਤਾਂ, ਉਹਨਾਂ ਨੂੰ ਅਪਰੋਚ ਕਰਨ ਲਈ। ਫਿਰ ਜਾ ਕੇ ਤੁਹਾਨੂੰ ਪਤਾ ਲੱਗਦਾ ਸੀ ਕਿ ਹੁਣ ਕਰਨਾ ਕੀ ਆ। ਮੈਂ ਸੱਚੀ ਮਿਸ ਕਰਦਾ ਕਿ ਜੇ ਇਹ ਦੌਰ ਹੁੰਦਾ ਤਾਂ ਜ਼ਿਆਦਾ ਵਧੀਆ ਸੀਗਾ ਉਸ ਟਾਈਮ। ਕਹਿੰਦੇ ਨੇ ਵਕਤ ਜਦੋਂ ਬਦਲਦਾ ਹੈ ਤਾਂ ਬਾਜ਼ੀਆਂ ਨਹੀਂ ਜ਼ਿੰਦਗੀਆਂ ਬਦਲ ਜਾਂਦੀਆਂ ਨੇ। ਇੱਦਾਂ ਤੁਹਾਡੇ ਨਾਲ ਜੁੜੇ ਹੋਏ ਕਈ ਇੱਦਾਂ ਦੇ ਕਿੱਸੇ ਹੋਣੇ, ਕਈ ਇੱਦਾਂ ਦੀ ਲਾਈਵਸ ਹੋਣੀਆਂ, ਤੁਹਾਡੇ ਦੋਸਤ, ਤੁਹਾਡੇ ਰਿਲੇਟਿਵ ਜਿਨ੍ਹਾਂ ਦੀ ਅੱਜ ਜ਼ਿੰਦਗੀ ਬਦਲ ਗਈ ਹੋਏਗੀ ਤੁਹਾਡੇ ਕਰਕੇ? ਨਹੀਂ, ਮੇਰੇ ਕਰਕੇ ਨਹੀਂ, ਪਰ ਮੇਰੇ ਆਲੇ ਦੁਆਲੇ ਦੋਸਤਾਂ ਦੇ ਮੈਂ ਇੱਕ ਨੋਰਮਲ ਲਾਈਫ ਤੋਂ ਉਹਨਾਂ ਨੂੰ ਸਟਾਰ ਬਣਦੇ ਦੇਖਿਆ। ਉਹਨਾਂ 'ਚ ਕਾਫੀ ਨਾਂ ਨੇ ਜਿਨ੍ਹਾਂ ਨੂੰ ਨਾਰਮਲੀ ਅਸੀਂ ਵਿਚਰਦੇ ਰਹੇ,
ਸਵਰਗੀ ਲਾਭ ਜੰਜੂਆ ਜੀ ਸੀ, ਉਹਨਾਂ ਨਾਲ ਮੈਂ ਘੱਟੋ ਘੱਟ ਅਸੀਂ 12 ਸਾਲ ਰਹੇ ਇਕੱਠੇ, ਅਸੀਂ ਦੋਨੋਂ ਜਣੇ। ਅਤੇ ਫਿਰ ਸੁਰਜੀਤ ਬਿੰਦਰਖੀਆ ਜੀ, ਬਾਈ ਸਤਵਿੰਦਰ ਬੁੱਗਾ ਜੀ, ਬਲਕਾਰ ਸਿੱਧੂ, ਜੱਸੀ ਜਸਪਾਲ, ਬਿੰਨੂ ਢਿੱਲੋਂ ਮੇਰੇ ਨਾਲ ਸੀ ਨਾ ਭੰਗੜੇ 'ਚ, ਅਤੇ ਫਿਰ ਕੇਐਸ ਮੱਖਣ, ਹਾਂਜੀ, ਰਾਜੂ ਖੰਨਾ SOI ਤੋਂ। ਸੋ ਬਹੁਤ ਨਾਂ ਨੇ, ਹਰਜੀਤ ਮੇਰਾ ਦੋਸਤ ਭਰਾ, ਪਾਲੀ। ਅੱਜ ਵੀ ਸਾਰੇ ਤੁਹਾਨੂੰ ਉਨਾ ਹੀ ਪਿਆਰ ਕਰਦੇ ਨੇ ਜਿੰਨਾ ਪਹਿਲੇ? ਉਹ ਤੋਂ ਜ਼ਿਆਦਾ ਹੀ ਕਰਦੇ ਨੇ ਜੀ। ਜੀ ਜੀ ਜੀ। ਤੇ ਭਗਵੰਤ ਮਾਨ ਸਾਡੇ ਜੋ CM ਚੁਣੇ ਗਏ ਨੇ ਆਮ ਆਦਮੀ ਪਾਰਟੀ ਦੇ, ਉਹ ਤੁਹਾਡੇ ਜੂਨੀਅਰ ਰਹਿ ਚੁੱਕੇ ਨੇ, ਰਾਈਟ? ਯੂਨੀਵਰਸਿਟੀ ਜੂਨੀਅਰ ਸੀ ਉਹ, ਤੇ ਰਾਣਾ ਰਣਵੀਰ ਦੋਨੇ, ਤੇ ਅਮਰਿੰਦਰ ਗਿੱਲ ਹੋਣੀ ਵੀ, ਉਹ ਵੀ ਬਾਅਦ ਚ ਆਏ ਨੇ ਫਿਰ ਭੰਗੜੇ 'ਚ ਉਹ। ਜੀ। ਭੰਗੜੇ ਤੋਂ ਸ਼ੁਰੂਆਤ ਕਰਕੇ ਇੱਥੇ ਐਕਟਿੰਗ ਦੀ ਲਾਈਨ 'ਚ ਇਹ ਕੀ ਮਤਲਬ ਮਸਲਾ ਸਮਝ ਨਹੀਂ ਆਇਆ ਇਹ? ਜਾਂ ਭੰਗੜੇ ਤੋਂ ਜ਼ਿਆਦਾਤਰ ਤਾਂ ਵੈਸੇ ਸਾਡੇ ਸਿੰਗਰੇ ਬਣੇ ਨੇ, ਭੰਗੜੇ 'ਚੋਂ ਨਿਕਲ ਗਏ। ਤੇ ਇੱਕ ਬਿੰਨੂ ਐਕਟਰ ਬਣਿਆ, ਉਹ ਵਾਕਈ ਕਾਮਯਾਬ ਆ ਉਹ। CM ਬਣ ਗਿਆ। ਹਾਂ, ਇੱਕ CM ਬਣ ਗਿਆ ਉਹ ਵੀ। ਭੰਗੜੇ 'ਚ ਸੀਗੇ ਭਗਵੰਤ ਮਾਨ ਜੀ? ਭਗਵੰਤ ਹੋਣੀ ਨਹੀਂ ਸੀ, ਇਹ ਮੇਰੇ ਖਿਆਲ ਥੀਏਟਰ ਤੋਂ ਸੀਗੇ ਇਹ ਰਾਣਾ ਰਣਬੀਰ ਹੋਣੀ ਜੀ। ਤੇ ਭਗਵੰਤ ਮਾਨ ਜੀ ਨੂੰ ਵੈਸੇ ਤਾਂ ਬਹੁਤ ਬਹੁਤ ਕੰਗ੍ਰੈਚੁਲੇਸ਼ਨ। ਤੁਹਾਡੀ ਗੱਲਬਾਤ ਹੁੰਦੀ ਹੈ? ਹਾਂਜੀ ਹਾਂਜੀ, ਅਕਸਰ ਹੋ ਜਾਂਦੀ ਹੈ। ਹਾਂ, ਨਹੀਂ, ਬਹੁਤ ਪਿਆਰਾ ਇਨਸਾਨ, ਬਹੁਤ ਜ਼ਿਆਦਾ ਵਧੀਆ ਵਾਕਈ। ਤੇ ਡੇਵਿਡ ਜੀ, ਇੱਕ ਗੱਲ ਪੁੱਛਣਾ ਚਾਹੂੰਗੀ ਕਿ ਇਸ ਇੰਡਸਟਰੀ ਦੇ ਵਿੱਚ ਜਦੋਂ ਹੁਣ ਜ਼ਿਆਦਾ ਲੋਕ ਪੋਲੀਟੀਸ਼ੀਅਨ ਬਣਨ ਦੀ ਸੋਚ ਰਹੇ ਨੇ, ਕਿਉਂਕਿ ਕਲਾਕਾਰਾਂ ਦਾ ਕਿਸੇ ਨਾ ਕਿਸੇ ਟਾਈਮ ਸੋਚਣਾ ਸੀਗਾ ਯਾਰ ਆਪਾਂ ਸਾਨੂੰ ਬੁਲਾਇਆ ਜਾਂਦਾ ਹੈ ਰੈਲੀਆਂ 'ਤੇ, ਹੈ ਨਾ, ਸਾਡੇ ਕਰਕੇ ਇਕੱਠ ਹੁੰਦਾ ਹੈ, ਅਤੇ ਆਪਾਂ ਹੀ ਕਿਉਂ ਨਾ ਪੋਲੀਟੀਸ਼ੀਅਨ ਬਣ ਜਾਈਏ, ਪੋਲੀਟਿਕਸ 'ਚ ਕਦਮ ਰੱਖੀਏ ਤਾਂ ਜੋ ਆਪਾਂ ਜ਼ਿੰਦਗੀ ਬਦਲ ਸਕੀਏ। ਤੁਹਾਨੂੰ ਲੱਗਦਾ ਹੈ ਸਹੀ ਹੈ ਕਿ ਜਿਹੜੇ ਸਿੰਗਰ ਅਨਮੋਲ ਗਗਨ ਮਾਨ ਜੀ ਜਿਹੜੇ ਹੈਗੇ ਨੇ, ਸਿੱਧੂ ਮੂਸੇਵਾਲਾ ਵੀ ਹੁਣ ਗਿਆ ਹੈ, ਅਤੇ ਕਿਤੇ ਨਾ ਕਿਤੇ ਬੱਬੂ ਮਾਨ ਜੀ ਦਾ ਵੀ ਨਾਮ ਜੋੜਿਆ ਜਾ ਰਿਹਾ ਸੀ, ਉਹ ਵੀ ਕਿਸਾਨ ਏਕਤਾ ਮੋਰਚਾ ਨੂੰ ਕਰਨਗੇ ਉੱਥੇ, ਤੇ ਉਹ ਵੀ ਸ਼ਾਇਦ ਪੋਲੀਟੀਸ਼ੀਅਨ ਜਾ ਸਕਦੇ ਨੇ। ਬਹੁਤ ਚੀਜ਼ਾਂ ਇੱਦਾਂ ਦੀ ਹੁੰਦੀਆਂ। ਤੁਹਾਨੂੰ ਲੱਗਦਾ ਠੀਕ ਹੈ ਇੱਦਾਂ ਕਰਨਾ ਕਲਾਕਾਰਾਂ ਲਈ? ਦੇਖੋ ਜੀ, ਹਰ ਇੱਕ ਬੰਦਾ ਪੋਲੀਟਿਕਸ ਦੇ ਵਿੱਚ ਨਹੀਂ ਜਾ ਸਕਦਾ, ਇਹ ਹਰ ਇੱਕ ਨੂੰ ਸੂਟ ਨਹੀਂ ਕਰਦੀ ਹੈਗੀ। ਕੁਛ ਕੁ ਬੰਦਿਆਂ 'ਚ ਇੱਕ ਲੀਡਰ ਬਣਨ ਵਾਲੇ ਸਾਰੇ ਗੁਣ ਹੁੰਦੇ ਨੇ, ਲੱਛਣ ਹੁੰਦੇ ਨੇ, ਉਹ ਘੱਟ ਬੰਦਿਆਂ 'ਚ ਹੁੰਦੇ ਨੇ। ਬਟ ਜਿਹੜੇ ਤੁਸੀਂ 2-3 ਨਾਂ ਲਏ ਨੇ, ਉਹਨਾਂ 'ਚ ਉਹ ਹੈਗੇ ਨੇ, ਅਤੇ ਉਹ ਲੀਡਰ ਬਣ ਸਕਦੇ ਨੇ, ਅਤੇ ਉਹ ਆਪਣੇ ਸਟੇਟ ਦਾ, ਆਪਣੇ ਦੇਸ਼ ਦਾ ਕੁਛ ਸੰਵਾਰ ਸਕਦੇ ਨੇ। ਲੱਗਦਾ ਹੈ ਸਭ ਕੁਝ ਠੀਕ ਹੋ ਜਾਏਗਾ? ਕਿਉਂ ਨਹੀਂ, ਪੜ੍ਹੇ ਲਿਖੇ ਨੇ ਜੀ, ਵਧੀਆ ਸੋਚ ਰੱਖਦੇ ਨੇ। ਯੂਥ ਹੁਣ ਨਹੀਂ ਆਏਗਾ ਤਾਂ ਕਦੋਂ ਆਏਗਾ ਜੀ? ਬਿਲਕੁਲ ਸਹੀ ਕਿਹਾ। ਤੁਹਾਡੀ ਬਹੁਤ ਸਾਰੀ ਪੁਰਾਣੀ ਇੰਟਰਵਿਊਜ਼ ਗਈਆਂ ਬੱਬੂ ਮਾਨ ਜੀ ਨੂੰ ਲੈ ਕੇ। ਤੁਸੀਂ ਤੁਹਾਡੇ ਕੋਲੋਂ ਆਏ ਸੀਗੇ ਕਿਸੇ ਟਾਈਮ, ਹੈ ਨਾ, ਕਿ ਮੇਰਾ ਗਾਣਾ ਸੁਣ, ਹੈ ਨਾ, ਉਸ ਤੋਂ ਬਾਅਦ ਗੌਰਵ ਜੀ ਨੂੰ ਤੁਸੀਂ ਮਿਲਾਇਆ, ਉਸ ਤੋਂ ਬਾਅਦ ਉਹਨਾਂ ਦੀ ਐਗਰੀਮੈਂਟ, ਬਹੁਤ ਸਾਰੀ ਚੀਜ਼ਾਂ ਸਾਨੂੰ ਪਤਾ ਹੈ, ਸਾਰਿਆਂ ਨੇ ਦੇਖਿਆ ਹੋਏਗਾ ਕਿਤੇ ਨਾ ਕਿਤੇ ਇੰਟਰਵਿਊ। ਲੇਕਿਨ ਅੱਜ ਉਹ ਰਿਸਪੈਕਟ ਬੱਬੂ ਮਾਨ ਜੀ ਤੁਹਾਡੀ ਅੱਜ ਵੀ ਕਰਦੇ ਨੇ? ਗੱਲਬਾਤ ਹੁੰਦੀ ਤੁਹਾਡੀ? ਬਿਲਕੁਲ ਜੀ, ਬਿਲਕੁਲ। ਬਹੁਤ ਪਿਆਰਾ ਇਨਸਾਨ, ਜਿੰਨਾ ਵਧੀਆ ਉਹ ਆਰਟਿਸਟ ਹੈ ਉਨਾ ਵਧੀਆ ਇਨਸਾਨ ਹੈ, ਅਤੇ ਇੱਕ ਦੂਜੇ ਲਈ ਹਮੇਸ਼ਾ ਗੁੱਡ ਵਿਸ਼ੇਜ਼ ਦੀ ਹੁੰਦੀਆਂ ਨੇ ਸਾਡੀਆਂ, ਮੇਰੀਆਂ ਉਹਦੇ ਲਈ ਨੇ, ਉਹਦੀਆਂ ਮੇਰੇ ਲਈ ਨੇ। ਤੇ ਤੁਹਾਡੀ ਇੰਟਰਵਿਊ ਦੇਖ ਕੇ ਇੱਕ ਮੇਰੀ ਲਿਖੀਆਂ ਹੋਈਆਂ ਲਾਈਨਾਂ ਹੈ ਕਿ ਮੈਂ ਲਿਖ ਇੰਨਾ ਨਹੀਂ ਸਕਦੀ, ਬਟ ਹਾਂ, ਕਿ ਕਹਿੰਦੇ ਨਾ ਸਕਸੈਸ ਰਾਤੋਂ ਰਾਤ ਨਹੀਂ ਮਿਲਦੀ, ਪਰ ਜਦੋਂ ਸਕਸੈਸਫੁਲ ਹੁੰਦਾ ਹੈ ਬੰਦਾ ਤਾਂ ਇੱਕ ਰਾਤ ਹੀ ਬਹੁਤ ਹੁੰਦੀ ਹੈ। ਕੀ ਬਾਤ ਹੈ, ਵਾਹ, ਗ੍ਰੇਟ। ਉਹਨਾਂ ਲਈ ਹੈਗੀ ਹੈ ਨਾ? ਬਿਲਕੁਲ ਹੈਗੀ ਹੈ, ਪਰ ਉਹਨਾਂ ਦੀ ਮਿਹਨਤ ਬਹੁਤ ਲੰਬੀ ਸੀ, ਬਹੁਤ 8-10 ਸਾਲ ਹੋ ਗਏ ਸੀ ਉਹਨਾਂ ਨੂੰ ਸਟਰਗਲ ਕਰਦੇ ਨੂੰ ਜਦ ਮੇਰੇ ਕੋਲ ਆਏ ਸੀ। ਤੇ ਉਹਨਾਂ ਨੂੰ ਕਾਫੀ ਕੌਨਫੀਡੈਂਸ ਵੀ ਸੀਗਾ ਕਿ ਯਾਰ ਯੂਥ ਸੁਣੇਗਾ। ਹਾਂ, ਉਹ ਇੰਨਾ ਕੁ ਤਾਂ ਪੱਕਾ ਹੁੰਦਾ ਸੀ, ਕਹਿੰਦਾ ਦੇਖੀ ਜਦੋਂ ਸੁਣਨ ਲੱਗੇ ਨਾ ਲੋਕ, ਤਾਂ ਮੈਂ ਗਾਇਆ ਕਰੂੰਗਾ ਅਤੇ ਦੁਨੀਆ ਬੈਠ ਕੇ ਦੇਖਿਆ ਕਰੂਗੀ, ਬਸ ਇਹ ਉਹਨੇ ਕਿਹਾ ਸੀ। ਉਹ ਸ਼ੌਹਰਤ ਅੱਜ ਵੀ ਕਾਇਮ? ਹਾਂ, ਕਿਆ ਬਾਤ ਹੈ, ਕਿਆ ਬਾਤ ਹੈ। ਅੱਜ 20-22 ਸਾਲ ਹੋ ਗਏ ਨੇ, ਅਤੇ ਸਟਿਲ ਉਹ ਇੱਕ ਬ੍ਰਾਂਡ ਹੈ। ਇੱਕ ਹੋਰ ਗੱਲ ਹੁੰਦੀ ਹੈ, ਸਾਡੇ ਸੀਨੀਅਰ ਅਤੇ ਜੂਨੀਅਰ ਦੇ ਵਿੱਚ ਜਿਹੜਾ ਅੰਤਰ ਹੁੰਦਾ, ਆਪਾਂ ਜਿੱਦਾਂ ਅੱਜ ਕੱਲ੍ਹ ਕਹਿ ਦਿੰਦੇ ਕੁੜੀ ਮੁੰਡੇ 'ਚ ਕੋਈ ਅੰਤਰ ਨਹੀਂ ਹੈ, ਬਟ ਕਿਤੇ ਨਾ ਕਿਤੇ ਹੁੰਦਾ ਹੈ ਅੰਤਰ, ਕੁੜੀ ਮੁੰਡੇ 'ਚ ਥੋੜ੍ਹਾ ਰਹਿ ਜਾਂਦਾ। ਜਿੱਦਾਂ ਮੈਂ ਆਪਣੇ ਫੈਮਿਲੀ ਦੇ ਨਾਲ ਹੀ ਗੱਲ ਕਰਦੀ ਹੁੰਦੀ, ਆਪਣੇ ਭਰਾਵਾਂ ਦੇ ਨਾਲ, ਉਹ ਕਹਿੰਦੇ ਕਿ ਆਪਾਂ ਜੈਂਡਰ ਇਨਕੁਆਲਿਟੀ ਕਰਦੇ ਕਰਦੇ ਆਪਾਂ ਜਿਹੜਾ ਕੁੜੀਆਂ ਫਾਇਦਾ ਚੱਕਣ ਲੱਗ ਪਈਆਂ ਉਸ ਚੀਜ਼ ਨੂੰ ਲੈ ਕੇ। ਅਤੇ ਮੈਂ ਵੀ ਮੰਨਦੀ ਹਾਂ, ਮੈਂ ਵੀ ਕੁੜੀ ਹਾਂ, ਬਟ ਹਾਂ, ਮੈਨੂੰ ਪਤਾ ਹੈ ਕਿਤੇ ਨਾ ਕਿਤੇ ਕੁੜੀਆਂ ਹਰ ਚੀਜ਼ ਦਾ ਫਾਇਦਾ ਚੱਕਦੀਆਂ ਨੇ। ਇੱਦਾਂ ਹੀ ਸੀਨੀਅਰ ਅਤੇ ਜੂਨੀਅਰ ਆਰਟਿਸਟ ਦੀ ਗੱਲ ਕਰਦੇ ਆ, ਉਹਨਾਂ ਦੇ ਵਿੱਚ ਜਿਹੜਾ ਅੰਤਰ ਖਤਮ ਹੋ ਗਿਆ ਹੈ, ਉਸ ਚੀਜ਼ ਦਾ ਜੂਨੀਅਰ ਫਾਇਦਾ ਚੱਕਦਾ? ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਉਹ ਫਾਇਦਾ ਚੱਕਦੇ ਨੇ ਕਿ ਨਹੀਂ, ਪਰ ਮੈਨੂੰ ਇੰਨਾ ਕੁ ਹੈਗਾ ਕਿ ਇਹ ਫਰਕ ਰਹਿਣਾ ਚਾਹੀਦਾ ਸੀਨੀਅਰ ਔਰ ਜੂਨੀਅਰ ਦੇ ਵਿੱਚ, ਕਿਉਂਕਿ ਸਾਨੂੰ ਹਮੇਸ਼ਾ ਆਲਵੇਜ਼ ਸੀਨੀਅਰ ਦੀ, ਉਹਨਾਂ ਦੀ ਇੱਕ ਲਾਈਫ ਤੋਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ। ਉਹ ਕੁਛ ਦੱਸੇ ਨਾ ਦੱਸੇ, ਅਸੀਂ ਐਨਾਲਾਈਜ਼ ਕਰ ਲੈਂਦੇ ਹਾਂ ਕਿ ਇਹਨੇ ਕੀ ਕੀਤਾ ਸੀ, ਕਿਵੇਂ ਕੀਤਾ ਸੀ, ਇਹਦੇ ਨਾਲ ਕੀ ਹੋਇਆ, ਅਤੇ ਅਸੀਂ ਇਹ ਤੋਂ ਕੀ ਸਿੱਖ ਸਕਦੇ ਹਾਂ। ਅਤੇ ਉਹਨੂੰ ਤੂੰ ਤੜਕ ਕਰਕੇ ਬੋਲੀ ਜਾਣਾ, ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਬਹੁਤ ਵਧੀਆ ਸੋਚ ਹੈਗੀ ਹੈ। ਅਸੀਂ ਤਾਂ ਖੈਰ ਬਹੁਤ ਜ਼ਿਆਦਾ ਇਸ ਚੀਜ਼ ਨੂੰ ਮੰਨਦੇ ਹਾਂ, ਕਿਉਂਕਿ ਮੈਂ ਆਪਣੇ ਸਾਰੇ ਸੀਨੀਅਰ ਜਿਹੜੇ ਮੇਰੇ 1-2 ਸਾਲ ਸੀਨੀਅਰ ਵੀ ਹੈਗੇ ਨੇ, ਉਹਨਾਂ ਨੂੰ ਮੈਂ ਕਦੇ ਨਾਂ ਲੈ ਕੇ ਨਹੀਂ ਬੁਲਾਇਆ ਹੈਗਾ, ਉਹਨੂੰ ਬਾਈ ਜੀ ਕਹਿੰਦੇ ਆ।
ਤੇ ਹੁਣ ਵਾਲੇ ਮੁੰਡੇ 'ਚ ਮੈਂ ਕਈ ਵਾਰ ਮੇਰੇ ਤੋਂ 20-25 ਸਾਲ ਛੋਟੇ ਨੇ, ਉਹਨਾਂ 'ਚੋਂ ਹੈਗੇ ਨੇ ਕੁਝ ਕੁ ਨਾਂ ਨੇ ਕਿ ਉਹ ਹੌਲੀ ਹੌਲੀ ਬਾਈ ਤੋਂ ਸ਼ੁਰੂ ਹੋ ਕੇ ਹੌਲੀ ਹੌਲੀ ਫਿਰ ਤੂੰ ਵੀ ਕਹਿਣ ਲੱਗ ਜਾਂਦੇ ਨੇ ਹੈ ਨਾ। ਤੇ ਬਹੁਤ ਗਲਤ ਚੀਜ਼ ਲੱਗਦੀ ਤੁਹਾਨੂੰ ਲੱਗਦਾ ਹੈ? ਇੱਕ ਹੋਰ ਤੁਹਾਡੇ ਤੋਂ ਇੱਕ ਇਸ ਚੀਜ਼ ਦਾ ਹੀ ਕੁਐਸਚਨ ਆ ਕਿ ਤੂੰ ਕਹਿਣਾ ਹੀ ਤੁਸੀਂ ਕਹਿਣਾ ਹੀ ਰਿਸਪੈਕਟ ਹੁੰਦੀ ਹੈ ਤੁਹਾਨੂੰ ਲੱਗਦਾ? ਉਹਨਾਂ ਨੂੰ ਉਹ ਲੱਗਦਾ ਨਾ ਕਿ ਉਹ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਯੂ, ਤੁਸੀਂ ਨੂੰ ਵੀ ਯੂ ਕਹਿੰਦੇ ਨੇ ਅਤੇ ਤੂੰ ਨੂੰ ਵੀ ਯੂ ਕਹਿੰਦੇ ਨੇ, ਹੈ ਨਾ। ਉਹ ਨਹੀਂ, ਉਹ ਬਾਈ ਉਹ ਇੰਗਲਿਸ਼ ਹੈ, ਇਹ ਪੰਜਾਬੀ ਹੈ। ਫਿਰ ਸਾਡੇ ਵਰਡ ਜਿਹੜੇ ਤੁਸੀਂ ਤੁਹਾਡੇ, ਫਿਰ ਇਹਨਾਂ ਨੂੰ ਡਿਲੀਟੇ ਮਾਰਦੀ ਨਾ, ਫਿਰ ਜੇ ਇਹਨਾਂ 'ਚ ਫਰਕ ਨਹੀਂ ਹੈ ਕੋਈ ਤੂੰ ਔਰ ਤੁਸੀਂ 'ਚ, ਹੈ ਨਾ। ਉਹ ਜੇ ਬਣੇ ਨੇ ਸ਼ਬਦ ਤਾਂ ਉਹਨਾਂ ਨੂੰ ਯੂਜ਼ ਕਰੋ। ਤੁਹਾਡੀ ਮੂਵੀ ਵੀ ਜਲਦੀ ਰਿਲੀਜ਼ ਹੋਣ ਵਾਲੀ ਹੈ। ਵੈਸੇ ਮੈਂ ਦੱਸ ਦਵਾਂ, ਅੱਜ ਅਸੀਂ ਆਏ ਹਾਂ ਅਤੇ ਥੋੜ੍ਹੀ ਬਹੁਤ ਐਡੀਟਿੰਗ ਚੱਲ ਰਹੀ ਹੈ ਉਸ ਮੂਵੀ ਦੀ। ਮੈਂ ਗੱਲ ਕਰ ਰਹੀ ਹਾਂ ਰੈਂਸਮ ਦੀ, ਅਤੇ ਜਲਦ ਹੀ ਰਿਲੀਜ਼ ਹੋਏਗੀ। ਪਰ ਜੇਕਰ ਮੈਂ ਗੱਲ ਕਵਾਂ, ਪੁੱਛਾਂ ਤੁਹਾਡੇ ਤੋਂ ਕਿ ਇਹ ਕਦੋਂ ਸਟਾਰਟ ਹੋਈ ਅਤੇ ਕਦੋਂ ਖਤਮ ਹੋਈ? ਇਹ ਸਟਾਰਟ ਕੀਤੀ ਸੀ ਆਪਾਂ ਨੇ ਜੀ ਨਵੰਬਰ ਦੇ ਵਿੱਚ, ਅਤੇ ਦਸੰਬਰ 'ਚ ਕੰਪਲੀਟ ਕਰ ਲਈ ਸੀਗੀ। ਪ੍ਰੋਡਿਊਸਰ ਦਾ ਪੈਸਾ ਬਚਾ ਰਹੇ ਸੀ? ਨਹੀਂ, ਹੁਣ ਇਹ ਸਬਜੈਕਟ ਉਹਨਾਂ ਸੀਗਾ ਸੀ ਕਿ 20-25 ਦਿਨ 'ਚ ਇਹਨੂੰ ਅਸੀਂ ਕੰਪਲੀਟ ਕਰ ਲਿਆ ਸੀਗਾ ਜੀ। ਲੇਕਿਨ ਪ੍ਰੋਡਿਊਸਰ ਬਹੁਤ ਖੁਸ਼ ਹੋਏ ਹੋਣੇ ਤੁਹਾਡੇ ਇੰਨੇ ਦਿਨ 'ਚ। ਉਹਨਾਂ ਨੂੰ ਵੱਧ ਦਿਨ ਦੱਸ ਕੇ ਅਸੀਂ ਘੱਟ 'ਚ ਕੀਤਾ। ਹਾਂਜੀ ਹਾਂਜੀ, ਹੁੰਦਾ ਉਲਟਾ ਹੈ ਕਿ ਤੁਸੀਂ ਦੱਸ ਕੇ 30 ਦਿਨ ਅਤੇ 40 ਦਿਨ ਸ਼ੂਟ ਕਰੀ ਜਾਂਦੇ ਆ। ਵੈਸੇ ਰੈਂਸਮ ਦਾ ਮਤਲਬ ਫਰੌਤੀ ਹੁੰਦਾ ਹੈ। ਤੁਸੀਂ ਉੱਦਾਂ ਹੀ ਇੰਨੇ ਲੋਕਾਂ ਦਾ ਆਪਣੇ ਮਿਊਜ਼ਿਕ ਦੇ ਨਾਲ, ਹੈ ਨਾ, ਦਿਲ ਜਿੱਤਿਆ ਹੋਇਆ, ਹੋਰ ਫਰੌਤੀ ਕਿੰਨੀ ਕਰਨੀ ਹੈ ਇਸ ਮੂਵੀ ਦੇ ਵਿੱਚ? ਉਹ 'ਚ ਮੈਂ ਨਹੀਂ ਮੰਗੀ ਜੀ, ਮੇਰੇ ਤੋਂ ਮੰਗੀ ਕਿਸੇ ਨੇ। ਇਹ ਵੀ ਜ਼ਰੂਰੀ ਸੀਗਾ। ਨੈਲੇ ਨੂੰ ਦਹਿਲਾ ਤੁਸੀਂ ਲੋਕਾਂ ਦਾ ਦਿਲ ਜਿੱਤਿਆ ਪਿਆ, ਫਰੌਤ ਕੀਤਾ ਪਿਆ, ਅਤੇ ਹੁਣ ਇਸ 'ਚ ਤੁਹਾਡੇ ਨਾਲ ਹੋ ਗਈ। ਅਤੇ ਕਿਹੜੇ ਕਲਾਕਾਰ ਸਾਨੂੰ ਦੇਖਣ ਨੂੰ ਮਿਲਣਗੇ? ਇਹ 'ਚ ਸਾਡੀ ਆਪਣੀ ਟੀਮ ਹੈ, ਮੇਰੇ ਸਾਰੇ ਯਾਰ ਦੋਸਤ ਹੀ ਨੇ। ਅਤੇ ਮੈਂ ਵੈਸੇ ਨੈਗੇਟਿਵ ਕਰੈਕਟਰ ਕਰਨਾ ਚਾਹੁੰਦਾ ਹੁੰਦਾ, ਪਰ ਸਾਡੇ ਡਾਇਰੈਕਟਰ ਸਾਹਿਬ ਨੇ ਸੁਖਵੀਰ ਸਿੰਘ ਸੋਹਤਾ ਜੀ, ਅਤੇ ਉਹਨਾਂ ਨੇ ਪੋਜ਼ੀਟਿਵ ਕਰੈਕਟਰ ਦਿੱਤਾ ਮੈਨੂੰ ਸੈਂਟਰਲ। ਅਤੇ ਨਾਲ ਹੈਗੀ ਆਪਣੇ ਐਸ਼ ਮਰਵਾਹਾ ਹੈਗੀ ਹੈ ਲੜਕੀ ਜਿਹੜੀ ਆਪਣੀ ਹੀਰੋਇਨ, ਅਤੇ ਮੇਰਾ ਦੋਸਤ ਨੀਟੂ ਪੰਦੇਰ, ਸੰਜੂ ਕਲੇਰ, ਜੌਨ ਵਿਕਟਰ, ਮੇਰੇ ਨਾਲ ਹਸ਼ਰ 'ਚ ਵੀ ਸੀਗੇ, ਅਤੇ ਪਵਨ ਚੋਪੜਾ ਜੀ ਨੇ, ਪ੍ਰਦੀਪ ਕੌਰ ਜੀ ਨੇ, ਮੈਡਮ ਗੌਰੀ ਹੈਗੇ ਨੇ, ਅਤੇ ਹਿੰਮਤ ਬਾਠ। ਹਾਂਜੀ, ਹੈ ਸਾਡੀ ਆਪਣੀ ਟੀਮ, ਘਰ ਦੀ ਟੀਮ ਹੈ ਕਹਿ ਲਓ ਤੁਸੀਂ ਜੀ। ਅਤੇ ਡਾਇਰੈਕਟ ਕੌਣ ਕਰ ਰਿਹਾ? ਡਾਇਰੈਕਟਰ ਸੁਖਵੀਰ ਸਿੰਘ ਸੋਹਤਾ ਜੀ। ਓਕੇ ਜੀ। ਪ੍ਰੋਡਿਊਸਰ ਕੌਣ ਹੈ? ਪ੍ਰੋਡਿਊਸਰ ਵੀ 3-4 ਸਾਡੇ ਦੋਸਤ ਹੀ ਨੇ, ਉਹ ਹਜੇ ਰਿਵੀਲ ਕਰਾਂਗੇ ਪੋਸਟਰ 'ਤੇ। ਅਤੇ ਇਹ ਇਸ ਫਿਲਮ ਦਾ ਮਤਲਬ ਓਬਵੀਅਸ ਹੈ ਆਪਾਂ ਰਿਲੀਜ਼ ਨਹੀਂ ਕਰ ਸਕਦੇ, ਪਰ ਇਸ ਫਿਲਮ ਦੇ ਵਿੱਚ ਇੱਦਾਂ ਦਾ ਕੀ ਖਾਸ ਹੋਣ ਵਾਲਾ ਹੈ ਕਿ ਲੋਕ ਆਡੀਅנס ਤੁਹਾਨੂੰ ਦੇਖਣ ਆਏਗੀ? ਕੁਛ ਵੀ ਖਾਸ ਨਹੀਂ ਹੁੰਦਾ। ਮੈਨੂੰ ਬੜਾ ਹਾਸਾ ਆਉਂਦਾ ਹਰ ਇੱਕ ਫਿਲਮ ਦੇ ਬਾਰੇ ਕਿਹਾ ਜਾਂਦਾ ਇਹ ਹਟ ਗਿਆ, ਲੀਕ ਤੋਂ ਹਟ ਗਿਆ, ਲੀਕ ਤੋਂ ਹਟ ਗਿਆ। ਕੁਛ ਲੀਕ ਤੋਂ ਹਟ ਕੇ ਨਹੀਂ ਹੁੰਦਾ ਹੈਗਾ। ਕਹਾਣੀਆਂ ਨੇ, ਕਹਾਣੀ ਕਹਿਣ ਦਾ ਇੱਕ ਤਰੀਕਾ ਹੈ, ਜ਼ਰੀਆ, ਮੀਡੀਅਮ ਹੈ। ਸੋ ਫਿਲਮ ਹੈ ਇੱਕ ਕਹਾਣੀ ਜੋ ਡਾਇਰੈਕਟਰ ਦੇ ਰਾਈਟਰ ਦੇ ਦਿਮਾਗ 'ਚ ਸੀਗੀ, ਉਹਨੂੰ ਪਿਕਚਰਾਈਜ਼ ਕੀਤਾ, ਦੈਟਸ ਇਟ। ਅਤੇ ਹਰ ਇੱਕ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵਧੀਆ ਚੀਜ਼ ਬਣਾਵਾਂ। ਤੁਸੀਂ ਸੀਨੀਅਰ ਆਰਟਿਸਟ ਹੋ, ਮਤਲਬ ਕਹਿ ਸਕਦੇ ਨੇ ਵਿੱਚ ਸੀਨੀਅਰ ਨਹੀਂ ਹੈ ਨਾ, ਮੇਰੇ ਤੋਂ ਕਾਫੀ ਸੀਨੀਅਰ ਹੋ। ਮੇਰਾ ਹਮੇਸ਼ਾ ਸਵਾਲ, ਮੈਂ ਨਾ ਇੰਟਰਵਿਊ 'ਚ ਉਹੀ ਸਵਾਲ ਪੁੱਛਦੀ ਹਾਂ ਜੋ ਮੇਰੇ ਨਾਲ ਰਿਲੇਟਿਡ ਜਾਂ ਮੈਂ ਪੁੱਛਣਾ ਚਾਹੁੰਦੀ ਹਾਂ। ਇਹ ਨਹੀਂ ਕਿ ਕੋਈ ਵੀ ਫਾਲਤੂ ਚੀਜ਼ ਇੱਦਾਂ ਹੀ ਕਰੀ ਜਾਓ। ਮਿਹਨਤ ਜ਼ਰੂਰੀ ਹੈ ਕਿ ਤੁਹਾਡੇ ਜੋ ਲੇਖ ਲਿਖੇ ਹੁੰਦੇ ਹੋਈ ਜ਼ਰੂਰੀ ਹੁੰਦੇ? ਕੁਝ ਕਹਿੰਦੇ ਕਿ ਮਿਹਨਤ ਕਰ ਦਿਓ, ਤੁਸੀਂ ਕਿਸਮਤ ਆਪੇ ਲਿਖ ਲੈਂਦੇ ਹੋ ਆਪਣੀ। ਅਤੇ ਕੁਝ ਕਹਿੰਦੇ ਤੁਸੀਂ ਉੱਪਰੋਂ ਹੀ ਲਿਖਵਾ ਕੇ ਆਏ ਹੋ, ਜੋ ਹੋਣਾ ਉਹ ਤਾਂ ਹੋ ਜਾਣਾ, ਤੁਸੀਂ ਕੁਝ ਨਹੀਂ ਚੇਂਜ ਕਰ ਸਕਦੇ। ਅਗਰ ਤੁਸੀਂ ਮਿਹਨਤ, ਉਹੀ ਮੈਂ ਫ਼ਰਕ ਜਾਣਨਾ ਚਾਹੁੰਦੀ ਹਾਂ ਤੁਹਾਡੇ ਦਿਮਾਗ 'ਚ ਕੀ ਹੈ, ਕਿਉਂਕਿ ਤੁਸੀਂ ਇੱਕ ਬਹੁਤ ਹੀ ਜ਼ਿਆਦਾ ਸਟਰਗਲ ਕੀਤੀ ਹੈ ਆਪਣੀ ਲਾਈਫ ਦੇ ਵਿੱਚ, ਇੰਨਾ ਤੁਹਾਨੂੰ ਐਕਸਪੀਰੀਅੰਸ ਹੈ ਇੱਕੋ ਲਾਈਨ ਦੇ ਵਿੱਚ। ਤੁਸੀਂ ਕਾਫੀ ਅਪ ਐਂਡ ਡਾਊਨ ਵੀ ਦੇਖੇ ਹੋਣੇ, ਜੋ ਸ਼ਾਇਦ ਹੀ ਤੁਸੀਂ ਸਕਰੀਨ 'ਤੇ ਵੀ ਬੋਲਿਆ ਹੋਏਗਾ। ਅਤੇ ਤੁਸੀਂ ਕੀ ਕਹਿੰਦੇ ਹੋ ਕਿ ਕਿਸਮਤ ਮਤਲਬ ਹੁੰਦੀ ਹੈ ਇੱਦਾਂ ਹੀ ਬਣੀ ਬਣਾਈ ਆਉਂਦੀ ਹੈ ਕਿ ਆਪਾਂ ਬਣਾ ਸਕਦੇ ਹਾਂ ਕਿਸਮਤ? ਦੋਨੋਂ ਚੀਜ਼ਾਂ ਆਪਸ 'ਚ ਜੁੜੀਆਂ ਹੋਈਆਂ ਨੇ। ਮਿਹਨਤ ਕਰਾਂਗੇ ਤਾਂ ਕਿਸਮਤ ਵੀ ਬਦਲ ਜਾਂਦੀ ਹੈ। ਇਕੱਲੀ ਕਿਸਮਤ ਦੇ ਸਹਾਰੇ ਬੈਠੇ ਰਹਾਂਗੇ ਤਾਂ ਕੁਛ ਨਹੀਂ ਹੋਣ ਲੱਗਿਆ। ਮੈਂ ਇੱਕ ਜਗ੍ਹਾ 'ਤੇ ਇੱਕ ਕਮਰੇ 'ਚ ਬੈਠ ਜਾਣਾ ਅਤੇ ਵੇਟ ਕਰੀ ਜਾਊਂਗਾ ਕਿ ਕਿਸਮਤ ਮੇਰੀ ਬਹੁਤ ਸਟਰੋਂਗ ਹੈ ਅਤੇ ਕੰਮ ਮੈਨੂੰ ਇੱਥੇ ਆਏ ਘਰੇ ਬੈਠੇ ਨੂੰ ਮਿਲੇਗਾ, ਨਹੀਂ। ਕਿਉਂਕਿ ਮੇਰੇ ਨਾਲ ਤਾਂ ਨਹੀਂ ਇਸ ਤਰ੍ਹਾਂ ਹੈਗਾ। ਐਫਰਟ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ, ਸਿੱਖਣਾ ਪੈਂਦਾ। ਉਸ ਤੋਂ ਬਾਅਦ ਵੀ ਤੁਹਾਨੂੰ ਕੰਮ ਨਹੀਂ ਮਿਲਦਾ। ਉਹ ਕੀ ਹੈ? ਉਹ ਤੁਹਾਡੀ PR ਡਿਪਾਰਟਮੈਂਟ ਹੈ ਤੁਹਾਡਾ। ਸੋ ਸਾਰਾ ਕੁਛ ਇੱਕ ਕੋਂਬੀਨੇਸ਼ਨ ਹੈ, ਫਿਰ ਜਾ ਕੇ ਬੰਦਾ ਸਕਸੈਸ ਹੁੰਦਾ। ਘਰੇ ਬੈਠੇ ਬਿਠਾਏ ਨਹੀਂ, ਇਕੱਲੀ ਮਿਹਨਤ ਨਾਲ ਵੀ ਨਹੀਂ। ਕਾਫੀ ਚੀਜ਼ਾਂ ਦਾ ਸੁਮੇਲ ਹੈ ਇਹ। ਸਿਰਫ ਅਸੀਂ ਸਾਰ ਦਿੰਦੇ ਹਾਂ 2 ਲਫ਼ਜ਼ਾਂ ਨਾਲ ਕਿ ਕਿਸਮਤ ਅਤੇ ਮਿਹਨਤ, ਨਹੀਂ। ਇਟਸ ਅ ਕੰਪਲੀਟ ਪੈਕੇਜ। ਉਹ ਪੈਕੇਜ ਦੇ ਵਿੱਚ ਬਹੁਤ ਕੁਛ ਆਉਂਦਾ ਜੀ। ਉਹੀ ਪੁੱਛਣਾ ਚਾਹੁੰਦੀ, ਕੀ ਆਉਂਦਾ? ਡਾਊਨ ਵੀ ਹੁੰਦਾ ਬੰਦਾ, ਉਹਨੂੰ ਫਿਰ ਉੱਠਣਾ ਪੈਂਦਾ। ਹਾਂਜੀ ਹਾਂ, ਇਹੀ ਹੈ। ਉਸ ਤੋਂ ਬਾਅਦ ਗੱਲ ਰਿਲੇਸ਼ਨਸ ਦੀ ਹੈ। ਤੁਸੀਂ ਜਿੰਨੇ ਮਰਜ਼ੀ ਟੈਲੈਂਟਡ ਹੋ, ਜਦ ਤੱਕ ਤੁਸੀਂ ਕਿਸੇ ਨਾਲ ਮਿਲਦੇ ਨਹੀਂ, ਵਿਚਰਦੇ ਨਹੀਂ, ਤੁਸੀਂ ਕੰਮ ਨਹੀਂ ਮੰਗਦੇ, ਜਦ ਤੱਕ ਤੁਹਾਨੂੰ ਕੰਮ ਨਹੀਂ ਮਿਲਦਾ ਹੈਗਾ। ਠੀਕ ਹੈ। ਹਰ ਇੱਕ ਬੰਦਾ ਕਹਿੰਦਾ ਮੇਰੇ ਕੋਲ ਆ ਕੇ ਕਹੇ, ਉੱਥੇ ਜਦ ਥੋੜ੍ਹੀ ਫਿਰ ਕਿਸਮਤ ਕੀ ਹੋ ਜਾਂਦੀ ਹੈ। ਠੀਕ ਹੈ। ਹਾਂ, ਜਦ ਇੱਕ ਬੰਦਾ ਹਿੱਟ ਹੋ ਜਾਂਦਾ ਤਾਂ ਫਿਰ ਸਾਰੀ ਇੰਡਸਟਰੀ ਉਹਦੇ ਪਿੱਛੇ ਲੱਗ ਜਾਂਦੀ ਹੈ।
ਫਿਰ ਉਹ ਚਾਹੇ ਟੈਲੈਂਟਡ ਹੈ ਚਾਹੇ ਨਹੀਂ ਹੈ, ਅੱਜ ਕੱਲ ਤੇ ਆਈ ਹੈ ਨਾ। ਟੈਲੈਂਟਡ ਹੈ ਨਹੀਂ ਹੈ, ਉੱਥੇ ਉਹਦਾ ਬਜਟ ਵੀ ਵੱਧ ਜਾਂਦਾ ਹੈ, ਉਹਨੂੰ ਕੰਮ ਵੀ ਉਹਦੇ ਦੁਨੀਆ ਉਹਦੇ ਮਗਰ ਭੱਜੀ ਫਿਰਦੀ ਹੈ। ਸੋ ਕਹਿੰਦੇ ਦੌਰ ਹੁੰਦਾ ਹੈ ਸਾਰਿਆਂ ਦਾ ਆਪਣਾ। ਹਾਂ, ਸਹੀ ਕਹਿ ਸਕਦੇ ਹਾਂ ਅਸੀਂ, ਯੈਸ। ਤੇ ਇਦਾਂ ਦੀ ਤੁਹਾਡੇ ਨਾਲ ਕਦੀ ਚੀਜ਼ ਹੋਈ ਹੋਵੇ ਜੋ ਜ਼ਿੰਦਗੀ ਦੇ ਵਿੱਚ ਠੋਕਰ ਖਾਈ ਹੋਵੇ ਤੇ ਤੁਹਾਨੂੰ ਦੂਜਿਆਂ ਦੇ ਵਿੱਚ ਆਪਣੇ ਤੇ ਆਪਣਿਆਂ ਦੇ ਵਿੱਚ ਪਰਾਏ ਦਿਖਣ ਲੱਗ ਪਏ ਹੋ? ਨਹੀਂ, ਬਾਬਾ ਜੀ ਦੀ ਕਿਰਪਾ ਨਾਲ ਇਸ ਤਰ੍ਹਾਂ ਦਾ ਕਦੇ ਮੌਕਾ ਨਹੀਂ ਮਿਲਿਆ ਹੈਗਾ, ਤੇ ਨਾ ਹੀ ਰੱਬ ਦੇਵੇ। ਸੋ ਸਭ ਕੁਝ ਬਹੁਤ ਵਧੀਆ ਸਮੂਥਲੀ ਚੱਲ ਰਿਹਾ। ਮੈਂ ਸੰਤੁਸ਼ਟ ਹਾਂ, ਖੁਸ਼ ਹਾਂ ਆਪਣੇ ਕੰਮ ਤੋਂ, ਆਪਣੀ ਲਾਈਫ ਤੋਂ, ਆਪਣੀ ਫੈਮਿਲੀ ਤੋਂ, ਆਪਣੇ ਦੋਸਤਾਂ ਮਿੱਤਰਾਂ ਤੋਂ। ਸੋ ਕਿਰਪਾ ਜੀ। ਉਹਦਾ ਕਦੀ ਡਾਊਨ ਕੁਝ ਤੇ ਆਇਆ ਹੋਣਾ ਲਾਈਫ ਦੇ ਵਿੱਚ ਨਾ? ਕਿਰਪਾ, ਮੈਂ ਤਾਂ ਹੀ ਕਹਿੰਦਾ ਕਿਰਪਾ ਬਾਬਾ ਜੀ ਦੀ। ਉਹਨਾਂ ਨੇ ਇੱਕ ਲਾਈਫ ਨੂੰ ਜਿਹੜਾ ਨਾ ਕਹਿੰਦਾ ਐ ਸਟੇਬਲ ਆ ਹੈਗੀ ਹੈ, ਔਰ ਉਹ ਚੱਲ ਰਹੀ ਹੈ। ਬਹੁਤ ਜ਼ਿਆਦਾ ਪੀਕ ਵੀ ਨਹੀਂ ਦੇਖੀ ਹੈਗੀ, ਬੰਦਾ ਪੀਕ ਤੋਂ ਹੀ ਵੱਧ ਥੱਲੇ ਡਾਊਨ ਆਉਂਦਾ ਨਾ। ਸੋ ਪੀਕ ਆਪਾਂ ਦੇਖੀ ਨਹੀਂ ਹੈਗੀ, ਮਤਲਬ ਠੀਕ ਹੈ, ਨਾਰਮਲ ਚੱਲ ਰਿਹਾ, ਇੱਕ ਹਾਰਟ ਬੀਟ ਵਾਂਗੂ ਇੱਕ। ਬਿਲਕੁਲ ਜੀ। ਔਰ ਮੈਂ ਖੁਸ਼ ਹਾਂ, ਉਹ 'ਚ ਸੰਤੁਸ਼ਟ ਹਾਂ। ਐਂਡ ਇੱਕ ਹੋਰ ਸਵਾਲ ਰਹੇਗਾ ਕਿ ਤੁਹਾਨੂੰ ਨੈਗੇਟਿਵ ਰੋਲ ਕਰਨੇ ਬਹੁਤ ਪਸੰਦ ਹੈ, ਇਹਦਾ ਕੀ ਰਾਜ਼ ਹੈ? ਤੁਸੀਂ ਹੋ ਤਾਂ ਇੰਨੇ ਪੋਜ਼ਿਟਿਵ ਇਨਸਾਨ। ਪਤਾ ਨਹੀਂ, ਮੈਂ ਸ਼ੁਰੂ ਤੋਂ ਹੀ ਨੈਗੇਟਿਵ ਕਰੈਕਟਰ ਕਰਨਾ ਚਾਹੁੰਦਾ ਸੀਗਾ, ਵਿਲਨ ਬਣਨਾ ਚਾਹੁੰਦਾ ਸੀ, ਬਹੁਤ ਬਚਪਨ ਤੋਂ ਮੇਰੀ ਇਹ ਖਾਹਿਸ਼ ਸੀਗੀ। ਸੋ ਹਸ਼ਰ ਤੋਂ ਬਾਅਦ ਮੈਂ 10 ਸਾਲ ਵਿਹਲਾ ਬੈਠਾ ਰਿਹਾ, ਸਿਰਫ ਇਸ ਚੀਜ਼ 'ਚ ਕਿ ਮੈਨੂੰ ਕੋਈ ਨੈਗੇਟਿਵ ਆਫਰ ਕਰੂਗਾ ਰੋਲ। ਪਰ ਉਸ ਤੋਂ ਬਾਅਦ 10 ਸਾਲ ਤੋਂ ਬਾਅਦ ਮੈਂ ਹੁਣ 2-3 ਫਿਲਮਾਂ ਕੀਤੀਆਂ ਨੇ, ਉਹ ਪੋਜ਼ਿਟਿਵ ਕਰੈਕਟਰ ਮਿਲੇ ਨੇ ਮੈਨੂੰ। ਪਹਿਲੇ ਕਰ ਫਿਰ ਮੈਂ ਉਹੀ ਸੋਚਦਾ ਕਿ 10 ਸਾਲ ਮੈਂ ਕਿਉਂ ਵੇਸਟ ਕੀਤੇ। ਚਲੋ ਕੋਈ ਨਹੀਂ, ਨਹੀਂ ਵੇਸਟ, ਪਰ ਵਧੀਆ। ਤੇ ਰੈਂਸਮ ਕਦੋਂ ਆਏਗੀ? ਰੈਂਸਮ ਮੇਰੇ ਖਿਆਲ ਨਾਲ ਅਪ੍ਰੈਲ ਦੇ ਵਿੱਚ ਆਉਣੀ ਚਾਹੀਦੀ ਹੈ। ਗਾਣੇ ਗੁਣੇ ਵੀ ਹੈਗੇ ਇਹ 'ਚ ਹਾਂਜੀ, ਤਿੰਨ ਜਾਂ 4 ਗਾਣੇ ਨੇ, ਹਜੇ 3 ਕੀਤੇ ਨੇ, ਇੱਕ ਹੋਰ ਪਾਉਣਾ, ਐਡ ਕਰਨਾ ਹੋਰ ਜੀ। ਤੇ ਲੋਕਾਂ ਨੂੰ ਜਲਦ ਹੀ ਇਹ ਮੂਵੀ ਜਿਹੜੀ ਹੈ ਦਿਖਣ ਵਾਲੀ ਹੈ, ਥੀਏਟਰ ਦੇ ਵਿੱਚ ਹੀ ਰਿਲੀਜ਼ ਕਰੋਗੇ? OTT ਸੋਚਿਆ ਕਿ ਉਹ ਹਜੇ ਪਲੈਨਿੰਗ ਕਰਾਂਗੇ? ਹਾਲਾਤ ਦੇਖਾਂਗੇ ਜੀ ਕਿਸ ਤਰ੍ਹਾਂ ਦੇ ਨੇ। ਜੇ ਥੀਏਟਰ ਖੁੱਲ੍ਹ ਗਏ ਤਾਂ ਹੁਣ ਫਿਲਹਾਲ ਬੰਦ ਨੇ ਫਿਰ, ਹੈ ਨਾ, ਲੋਕਡਾਊਨ ਕਰਕੇ। ਸੋ ਜਦ ਤੱਕ ਖੁੱਲ੍ਹ ਗਏ ਤਾਂ ਫਿਰ ਥੀਏਟਰ 'ਚ, ਨਹੀਂ ਤਾਂ OTT ਹੈਗੀ ਹੈ। ਆਡੀਅנס ਨੂੰ ਆਦਤ ਪੈ ਚੁੱਕੀ ਹੈ ਫਿਲਮਾਂ ਦੇਖਣ ਦੀ, OTT ਦੀ। ਮੈਂ ਖੁਦ ਦੇਖਦਾ ਜੀ। ਆਪਣੇ ਨਾਲ ਹੀ ਰਿਲੇਟ ਕਰ ਸਕਦੇ ਹਾਂ। ਠੀਕ ਹੈ, ਥੈਂਕ ਯੂ ਸੋ ਮਚ ਡੇਵਿਡ ਸਿੰਘ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਹੋਪਸ ਤੁਹਾਨੂੰ ਵੀ ਅੱਜ ਦੀ ਗੱਲਬਾਤ ਅੱਛੀ ਲੱਗੀ ਹੋਏਗੀ। ਤੁਸੀਂ ਜਾਂਦੇ ਜਾਂਦੇ ਸਾਡੇ ਜੋ ਆਉਣਾ ਚਾਹੁੰਦੇ ਹੈ ਇਸ ਲਾਈਨ ਦੇ ਵਿੱਚ, ਜੋ ਫਰੈਸ਼ਰਸ ਹੁੰਦੇ ਨੇ, ਉਹਨਾਂ ਨੂੰ ਕੋਈ ਤੁਸੀਂ ਆਈਡੀਆ, ਕਿਉਂਕਿ ਤੁਸੀਂ ਵੀ ਇੱਕ ਫਰੈਸ਼ਰ ਦੇ ਤੌਰ 'ਤੇ ਹੀ ਆਏ ਸੀਗੇ, ਕੁਝ ਕਹਿਣਾ ਚਾਹੁੰਦੇ ਹੋ, ਮੈਸੇਜ ਦੇਣਾ ਚਾਹੁੰਦੇ ਹੋ? ਬਸ ਸਿੰਪਲ ਇੱਕੋ ਗੱਲ ਕਹੂੰਗਾ ਕਿ ਤੁਸੀਂ ਟੈਲੈਂਟਡ ਹੋ, ਬਹੁਤ ਵਧੀਆ। ਇੱਕ ਚੀਜ਼ ਐਡ ਕਰ ਲਓ ਉਹਦੇ ਨਾਲ, ਟੈਲੈਂਟ ਦੇ ਨਾਲ, ਪੇਸ਼ੈਂਸ। ਪੇਸ਼ੈਂਸ ਬਹੁਤ ਜ਼ਰੂਰੀ ਹੈ। ਰਾਤੋਂ ਰਾਤ ਕੁਛ ਨਹੀਂ ਹੋਣਾ ਹੈਗਾ। ਮਿਹਨਤ ਕਰੋ ਅਤੇ ਐਫਰਟ ਕਰੋ ਅਤੇ ਆਪਣੇ ਸਕਸੈਸ ਹੋਣ ਦੀ ਵੇਟ ਕਰੋ। ਦੈਟਸ ਇਟ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ। ਸੋ ਇਹ ਸੀ ਸਾਡੇ ਨਾਲ ਮਿਊਜ਼ਿਕ ਡਾਇਰੈਕਟਰ ਅਤੇ ਐਕਟਰ ਜਿਨ੍ਹਾਂ ਦੀ ਜਲਦੀ ਫਿਲਮ ਆਉਣ ਵਾਲੀ ਹੈ। ਹੋਪ ਸੋ ਤੁਹਾਨੂੰ ਉਹ ਵੀ ਅਸੀਂ ਜਲਦੀ ਦੁਬਾਰਾ ਤੋਂ ਇੰਟਰਵਿਊ ਕਰਾਂਗੇ ਸਰ ਦੇ ਨਾਲ। ਐਂਡ ਤੁਸੀਂ ਦੇਖਦੇ ਰਹੋ ਗੁੱਡ ਨਿਊਜ਼ ਨੈਟਵਰਕ। ਐਂਡ ਦਿਸ ਇਜ਼ ਹਲੀਨ ਸਾਨੀ, ਕੈਮਰਾਮੈਨ ਹਿਤੇਸ਼ ਦੇ ਨਾਲ, ਚੰਡੀਗੜ੍ਹ।